ਕੰਟੀਨਿਊ ਕਰਦੇ ਹਾਂ ਜੀ। ਅੱਗੇ ਪੜ੍ਹਦੇ ਹਾਂ ਰਾਸ਼ਟਰਕੂਟ। ਚਾਲੁਕਿਆ ਤੋਂ ਬਾਅਦ ਆਏ ਰਾਸ਼ਟਰਕੂਟ। ਦੇਖ ਲਓ ਜੀ 8ਵੀਂ ਸ਼ਤਾਬਦੀ ਹੈ ਨਾ, 9ਵੀਂ ਵੀ, ਫਿਰ 10ਵੀਂ ਸ਼ਤਾਬਦੀ, ਕਾਫੀ ਸਮੇਂ ਤੱਕ ਰਹੇ ਇਹ। ਕਾਫੀ ਵੱਡਾ ਏਰੀਆ ਸੀ ਇਹਨਾਂ ਦੇ ਕੰਟਰੋਲ ਵਿੱਚ। ਰਾਸ਼ਟਰਕੂਟ ਕੰਨੜ ਮੂਲ ਦੇ ਸਨ। ਕੰਨੜ, ਕਰਨਾਟਕਾ, ਅਤੇ ਕੰਨੜ ਭਾਸ਼ਾ ਉਹਨਾਂ ਦੀ ਮਾਤ ਭਾਸ਼ਾ ਸੀ, ਮਦਰ ਲੈਂਗੁਏਜ ਕੰਨੜ। ਦੰਤੀ ਦੁਰਗ ਰਾਸ਼ਟਰਕੂਟ ਰਾਜਵੰਸ਼ ਦਾ ਸੰਸਥਾਪਕ ਸੀ। ਕੌਣ ਸੀ ਇਹਦਾ ਮੋਢੀ, ਫਾਊਂਡਰ? ਦੰਤੀ ਦੁਰਗ। ਉਸਨੇ ਗੁਰਜਰਾਂ ਨੂੰ ਹਰਾ ਕੇ ਉਹਨਾਂ ਤੋਂ ਮਾਲਵਾ ਖੋਹ ਲਿਆ। ਰਾਜਸਥਾਨ ਸਾਊਥ ਈਸਟ ਇਲਾਕੇ ਦੇ ਜਿਹੜੇ ਗੁਰਜਰ ਸੀ ਉਹਨਾਂ ਨੂੰ ਹਰਾ ਕੇ ਮਾਲਵਾ ਆਪਣੇ ਏਰੀਏ 'ਚ ਮਿਲਾ ਲਿਆ। ਫਿਰ ਉਸਨੇ ਕੀਰਤੀ ਵਰਮਨ ਦੂਜੇ ਨੂੰ ਹਰਾ ਕੇ ਚਾਲੁਕਿਆ ਰਾਜ ਨੂੰ ਆਪਣੇ ਨਾਲ ਮਿਲਾ ਲਿਆ। ਚਾਲੁਕਿਆ ਵੀ ਐਡ ਕਰ ਲਿਆ। ਇਸ ਤਰ੍ਹਾਂ ਰਾਸ਼ਟਰਕੂਟ ਦੱਖਣ ਵਿੱਚ ਇੱਕ ਸਰਵਉੱਚ ਸ਼ਕਤੀ ਬਣ ਗਏ। ਠੀਕ। ਉਸਦਾ ਉੱਤਰਾਧਿਕਾਰੀ ਕ੍ਰਿਸ਼ਨ ਪਹਿਲਾ ਵੀ ਇੱਕ ਮਹਾਨ ਵਿਜੇਤਾ ਸੀ। ਉਸਨੇ ਗੰਗਾ ਅਤੇ ਵੈਂਗੀ ਦੇ ਪੂਰਬੀ ਚਾਲੁਕਿਆ ਨੂੰ ਹਰਾਇਆ। ਗੰਗਾ ਉੜੀਸਾ ਵਾਲਾ ਏਰੀਆ, ਵੈਂਗੀ ਕੋਸਟਲ ਆਂਧਰਾ ਪ੍ਰਦੇਸ਼ ਵਾਲਾ ਏਰੀਆ, ਇੱਥੋਂ ਦੇ ਪੂਰਬੀ ਚਾਲੁਕਿਆ ਨੂੰ ਵੀ ਹਰਾਇਆ। ਉਸਨੇ ਐਲੋਰਾ ਵਿਖੇ ਸ਼ਾਨਦਾਰ ਚੱਟਾਨ ਨੂੰ ਕੱਟ ਕੇ ਮੋਨੋਲਿਥਿਕ ਕੈਲਾਸ਼ ਮੰਦਰ ਦਾ ਨਿਰਮਾਣ ਕੀਤਾ। ਇੱਕ ਹੀ ਪੱਥਰ ਤੋਂ ਕੱਟ ਕੇ ਬਣਾਇਆ ਗਿਆ ਸੀ ਜੀ ਇਹ ਕੈਲਾਸ਼ ਮੰਦਰ। ਕਿੱਥੇ? ਅਲੋਰਾ ਵਿਖੇ। ਇਹ ਅਸੀਂ ਆਰਟ ਐਂਡ ਆਰਕੀਟੈਕਚਰ ਵਿੱਚ ਅੱਗੇ ਪੜ੍ਹਾਂਗੇ ਡਿਟੇਲ ਵਿੱਚ। ਤੁਸੀਂ ਇਹ ਯਾਦ ਰੱਖ ਲਓ ਕਿ ਕ੍ਰਿਸ਼ਨ ਪਹਿਲਾ ਜਿਹੜਾ ਮੋਨੋਲਿਥਿਕ ਕੈਲਾਸ਼ ਟੈਂਪਲ ਆ ਅਲੋਰਾ ਵਿਖੇ, ਉਹ ਕਿਸਨੇ ਬਣਵਾਇਆ? ਕ੍ਰਿਸ਼ਨ ਪਹਿਲਾ, ਜੋ ਕਿ ਕੀ ਸੀਗਾ? ਰਾਸ਼ਟਰਕੂਟ। ਰਾਸ਼ਟਰਕੂਟਾਂ ਨੇ ਬਣਾਇਆ ਸੀ। ਉਹਨਾਂ ਵਿੱਚ ਕਿਹੜਾ ਰਾਜਾ ਸੀ? ਕ੍ਰਿਸ਼ਨ ਪਹਿਲਾ। ਇਸ ਵੰਸ਼ ਦਾ ਅਗਲਾ ਮਹੱਤਵਪੂਰਨ ਰਾਜਾ ਗੋਬਿੰਦ ਤੀਜਾ ਸੀ। ਕਿਹੜਾ? ਗੋਬਿੰਦ ਥਰਡ। ਉਸਨੇ ਉੱਤਰੀ ਭਾਰਤੀ ਰਾਜਾਂ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ। ਠੀਕ ਹੈ ਜੀ। ਇਹ ਤੁਸੀਂ ਗੱਲਾਂ ਪੜ੍ਹੀ ਜਾਣੀਆਂ, ਜੋ ਸਾਰੀਆਂ ਗੱਲਾਂ ਤੁਸੀਂ ਰੱਟੇ ਨਹੀਂ ਲਾਉਣੀਆਂ। ਦੇਖੋ ਤਿਆਰੀ ਕਰਨ ਦਾ ਇੱਕ ਆਪਣਾ ਤਰੀਕਾ ਆ। ਕੁਛ ਗੱਲਾਂ ਬੇਸਿਕ ਅੰਡਰਸਟੈਂਡਿੰਗ ਲਈ ਚਾਹੀਦੀਆਂ, ਉਹ ਪੜ੍ਹ ਲਓ। ਕੁਛ ਗੱਲਾਂ ਆਪਾਂ ਯਾਦ ਰੱਖਣੀਆਂ। ਆਹ ਦੇਖੋ, ਜਿਸ ਤਰ੍ਹਾਂ ਆਹ ਬੰਦਾ ਇੰਪੋਰਟੈਂਟ ਸੀ, ਇਹ ਯਾਦ ਰੱਖਣਾ। ਉਸਦੇ ਉੱਤਰਾਧਿਕਾਰੀ ਅਮੋਘ ਵਰਸ਼ ਪਹਿਲੇ ਨੇ 64 ਸਾਲਾਂ ਦੇ ਲੰਮੇ ਸਮੇਂ ਤੱਕ ਰਾਜ ਕੀਤਾ। 64 ਸਾਲਾਂ ਦੇ, 9ਵੀਂ ਸ਼ਤਾਬਦੀ ਵਿੱਚ 64 ਸਾਲਾਂ ਦੇ ਲੰਬੇ ਸਮੇਂ ਤੱਕ ਰਾਜ ਕੀਤਾ। ਉਸ ਦਾ ਰਾਜ ਸੱਭਿਆਚਾਰਕ ਵਿਕਾਸ ਲਈ ਪ੍ਰਸਿੱਧ ਹੈ। ਕਲਚਰ ਡਿਵੈਲਪਮੈਂਟ ਕਾਫੀ ਹੋਈ ਉਸ ਦੇ ਰਾਜ ਵਿੱਚ। ਅਮੋਘ ਵਰਸ਼। ਉਹ ਜੈਨ ਧਰਮ ਦਾ ਪੈਰੋਕਾਰ ਸੀ। ਜੈਨ ਧਰਮ ਨੂੰ ਉਸਨੇ ਸਰਪ੍ਰਸਤੀ ਦਿੱਤੀ। ਇਹ ਵੀ ਇੰਟਰਸਟਿੰਗ ਪੁਆਇੰਟ ਹੋ ਗਿਆ। ਜ਼ਿਆਦਾਤਰ ਰਾਸ਼ਟਰਕੂਟਾਂ ਨੇ ਜੈਨ ਧਰਮ ਨੂੰ ਕਾਫੀ ਪ੍ਰਮੋਟ ਕੀਤਾ। ਉਹ ਸਾਹਿਤ ਦਾ ਸਰਪ੍ਰਸਤ ਵੀ ਸੀ। ਲਿਟਰੇਚਰ ਨੂੰ ਵੀ ਉਸਨੇ ਪ੍ਰਮੋਟ ਕੀਤਾ ਅਤੇ ਉਸਨੇ ਖੁਦ ਪ੍ਰਸਿੱਧ ਕੰਨੜ ਰਚਨਾ ਕਵੀ ਰਾਜਮਾਰਗ ਲਿਖਿਆ। ਇਹ ਇੰਪੋਰਟੈਂਟ ਹੋ ਗਿਆ। ਕੰਨੜ ਰਚਨਾ ਕਵੀ ਰਾਜਮਾਰਗ, ਇਸ ਦਾ ਲੇਖਕ ਕੌਣ ਸੀ? ਖੁਦ ਅਮੋਘ ਵਰਸ਼। ਅਮੋਘ ਵਰਸ਼ ਇਸ ਦਾ ਰਾਈਟਰ ਸੀ। ਰਾਜਾ, ਰਾਸ਼ਟਰਕੂਟ ਰਾਜਾ। ਅਮੋਘ ਵਰਸ਼ ਪਹਿਲੇ ਦੇ ਉੱਤਰਾਧਿਕਾਰੀਆਂ ਵਿੱਚੋਂ ਕ੍ਰਿਸ਼ਨ ਤੀਜਾ ਆਪਣੀਆਂ ਮੁਹਿੰਮਾਂ ਲਈ ਮਸ਼ਹੂਰ ਸੀ। ਉਸਨੇ ਚੋਲਾਂ ਦੇ ਵਿਰੁੱਧ ਮਾਰਚ ਕੀਤਾ ਅਤੇ ਉਹਨਾਂ ਨੂੰ ਟਾਕੋਲਮ ਵਿੱਚ ਹਰਾਇਆ। ਚੋਲ ਰਾਜਿਆਂ ਨੂੰ ਵੀ ਹਰਾਇਆ। ਠੀਕ ਹੈ ਜੀ। ਉਸਨੇ ਹੋਰ ਦੱਖਣ ਵੱਲ ਕੂਚ ਕੀਤਾ ਅਤੇ ਤੰਜੋਰ ਉੱਤੇ ਕਬਜ਼ਾ ਕਰ ਲਿਆ। ਤੰਜੋਰ ਕਿੱਥੇ? ਤਮਿਲਨਾਡੂ ਵਿੱਚ, ਸਾਊਥ ਵਿੱਚ। ਉੱਥੇ ਤੱਕ ਇਸਨੇ ਕਬਜ਼ਾ ਕਰ ਲਿਆ ਸੀ। ਉਹ ਰਾਮੇਸ਼ਵਰਮ ਤੱਕ ਗਿਆ, ਬਿਲਕੁਲ ਸਾਊਥ ਤੱਕ, ਅਤੇ ਕੁਝ ਸਮੇਂ ਲਈ ਇਸ ਉੱਤੇ ਕਬਜ਼ਾ ਕਰ ਲਿਆ। ਇੱਥੇ ਤੱਕ ਇਹਨਾਂ ਨੇ ਕਬਜ਼ਾ ਕਰ ਲਿਆ ਸੀ। ਉਸਨੇ ਜਿੱਤੇ ਹੋਏ ਖੇਤਰਾਂ ਵਿੱਚ ਰਾਮੇਸ਼ਵਰਮ ਦੇ ਕ੍ਰਿਸ਼ਨੇਸ਼ਵਰ ਮੰਦਰ ਸਮੇਤ ਕਈ ਮੰਦਰ ਬਣਾਏ। ਰਾਮੇਸ਼ਵਰਮ ਦਾ ਕ੍ਰਿਸ਼ਨੇਸ਼ਵਰ ਮੰਦਰ ਤੇ ਹੋਰ ਮੰਦਰ ਵੀ ਉਸਨੇ ਉੱਥੇ ਬਣਾਏ। ਠੀਕ ਹੈ ਜੀ। ਉਸ ਦੀ ਮੌਤ ਤੋਂ ਬਾਅਦ ਰਾਸ਼ਟਰਕੂਟ ਦੀ ਸ਼ਕਤੀ ਘਟ ਗਈ। ਹੁਣ ਡਿਕਲਾਈਨ ਹੋ ਗਈ ਸ਼ਕਤੀ, ਪਾਵਰ ਘਟ ਗਈ। ਇਹ ਬੇਸਿਕ ਜੀ ਅਸੀਂ ਹਿਸਟਰੀ ਪੜ੍ਹੀ। ਠੀਕ ਹੈ ਜੀ। ਹੁਣ ਕੁਛ ਹੋਰ ਪਹਿਲੂਆਂ ਤੇ ਝਾਤ ਮਾਰਦੇ ਹਾਂ। ਉਸ ਸਮੇਂ ਦਾ ਸਮਾਜ ਤੇ ਆਰਥਿਕਤਾ ਕਿਸ ਤਰ੍ਹਾਂ ਦੀ ਸੀ? ਇਸ ਦੌਰਾਨ ਹਿੰਦੂ ਸੰਪਰਦਾਵਾਂ, ਵੈਸ਼ਨਵ ਅਤੇ ਸ਼ੈਵ ਧਰਮ ਵਧੀਆਂ। ਇਹਨਾਂ ਦਾ ਡਿਵੈਲਪਮੈਂਟ ਹੋਈ। ਦੋ ਸੰਪਰਦਾਵਾਂ ਸੀ, ਵਿਸ਼ਨੂੰ ਨੂੰ ਪੂਜਣ ਵਾਲੇ ਵੈਸ਼ਨਵ ਅਤੇ ਸ਼ਿਵਜੀ ਨੂੰ ਪੂਜਣ ਵਾਲੇ ਸ਼ੈਵਾਈਟ, ਸ਼ੈਵ। ਚਾਹੇ ਹਿੰਦੂ ਧਰਮ
ਹਿੰਦੂ ਸੰਪਰਦਾਵਾਂ ਵਧੀਆਂ, ਪਰ ਇਹਨੇ ਦੂਸਰੇ ਧਰਮਾਂ ਨੂੰ ਵੀ ਕੀ ਆ ਉਹ ਉਹਨਾਂ ਨੂੰ ਨਿਰਉਤਸ਼ਾਹਿਤ ਨਹੀਂ ਕੀਤਾ, ਉਹਨਾਂ ਨੂੰ ਵੀ ਸਪੋਰਟ ਦਿੱਤੀ। ਫਿਰ ਵੀ ਉਹਨਾਂ ਨੇ ਰਾਸ਼ਟਰਕੂਟ ਰਾਜਿਆਂ ਅਤੇ ਅਫਸਰਾਂ ਦੀ ਸਰਪ੍ਰਸਤੀ ਹੇਠ ਜੈਨ ਧਰਮ ਦੀ ਹੋ ਰਹੀ ਤਰੱਕੀ ਨੂੰ ਪ੍ਰਭਾਵਿਤ ਨਹੀਂ ਕੀਤਾ। ਜੈਨ ਧਰਮ ਦੀ ਤਰੱਕੀ ਹੋ ਰਹੀ ਸੀ, ਉਹ ਵੀ ਨਾਲ ਨਾਲ ਚੱਲਦੀ ਰਹੀ। ਇਹ ਇੰਪੋਰਟੈਂਟ ਪੁਆਇੰਟ ਆ। ਜੈਨ ਧਰਮ, ਇਹ ਪ੍ਰਸ਼ਨ ਆ ਸਕਦਾ ਕਿ ਰਾਸ਼ਟਰਕੂਟ ਦੇ ਰਾਜ ਵਿੱਚ ਜੈਨ ਧਰਮ ਤਰੱਕੀ ਵੱਲ ਸੀ, ਚਾਨਣਾ ਪਾਓ। ਉਸ ਸਮੇਂ ਰਾਜੇ ਤੇ ਅਫਸਰ ਵੀ ਪੈਟਰੋਨੇਜ ਦੇ ਰਹੇ ਸੀ ਜੈਨ ਧਰਮ ਨੂੰ। ਡੈਕਨ ਦੀ ਆਬਾਦੀ ਦਾ ਲਗਭਗ 1/3 ਹਿੱਸਾ ਜੈਨ ਸੀ, 1/3, ਠੀਕ ਹੈ ਨਾ, 33%, ਕਾਫੀ ਪਰਸੈਂਟੇਜ ਕੀ ਸੀ, ਜੈਨੀ ਸੀ। 1/3 ਡੈਕਨ, ਦੱਖਣ ਦਾ ਪਠਾਰ ਆ ਜਿਹੜਾ, ਉਹ ਏਰੀਆ। ਕਾਨਹੇਰੀ, ਸ਼ੋਲਾਪੁਰ ਅਤੇ ਧਾਰਵਾੜ, ਕੁਛ ਇਹ ਜਗ੍ਹਾ ਵਿੱਚ ਵਰਗੀਆਂ ਥਾਵਾਂ ਤੇ ਕੁਝ ਖੁਸ਼ਹਾਲ ਬੋਧੀ ਬਸਤੀਆਂ ਸਨ। ਬੋਧੀ ਬਸਤੀਆਂ ਵੀ ਸੀ। ਇਹ ਇੰਟਰਸਟਿੰਗ ਪੁਆਇੰਟ ਹੋ ਜਾਂਦਾ। ਸ਼ੋਲਾਪੁਰ, ਕਾਨਹੇਰੀ, ਧਾਰਵਾੜ, ਇਹਨਾਂ ਏਰੀਆ ਵਿੱਚ ਕੀ ਆ, ਕੁਛ ਬੋਧੀ ਬਸਤੀਆਂ ਵੀ ਸਨ। ਤੇ ਕੁਛ ਹੁਣ ਆਪਾਂ ਦੇਖਦੇ ਹਾਂ ਕਿ ਬੁੱਧਿਜ਼ਮ ਦੇ ਐਲੀਮੈਂਟ ਵੀ ਸੀ, ਠੀਕ। ਵੱਖ-ਵੱਖ ਧਰਮਾਂ ਵਿੱਚ ਆਪਸੀ ਸਦਭਾਵਨਾ ਵੀ ਸੀ, ਪ੍ਰੇਮ ਪਿਆਰ ਨਾਲ ਰਹਿੰਦੇ ਸੀ, ਕੋਈ ਨਫ਼ਰਤ ਨਹੀਂ ਸੀ। ਅਜੋਕੇ ਬੀਜਾਪੁਰ ਜ਼ਿਲ੍ਹੇ ਵਿੱਚ ਸਥਿਤ ਸਲਤੋਗੀ ਵਿਖੇ ਇੱਕ ਕਾਲਜ ਸੀ, ਸਿੱਖਿਆ ਦਾ ਕੇਂਦਰ ਵੀ ਸੀ। ਆਰਥਿਕਤਾ ਵੀ ਪ੍ਰਫੁੱਲਿਤ ਹਾਲਤ ਵਿੱਚ ਸੀ, ਆਰਥਿਕਤਾ ਵੀ ਠੀਕ। ਓਕੇ ਜੀ। ਦੱਖਣ ਅਤੇ ਅਰਬਾਂ ਵਿਚਕਾਰ ਵਪਾਰ ਸਰਗਰਮ ਸੀ। ਦੇਖੋ ਨਕਸ਼ੇ 'ਚ ਦੇਖਿਓ, ਇਹ ਵੈਸਟ ਕੋਸਟ ਤੇ ਰਾਜ ਕਰ ਰਹੇ ਆ, ਤਾਂ ਵੈਸਟ ਕੋਸਟ ਤੋਂ ਬਾਅਦ ਕੀ ਆਉਂਦਾ, ਅਰਬ ਸਾਗਰ ਤੋਂ ਬਾਅਦ ਅਰਬ ਦੇਸ਼ ਆਉਂਦੇ ਆ, ਤਾਂ ਇਹਨਾਂ ਦਾ ਆਪਸ ਵਿੱਚ ਵਪਾਰ ਵੀ ਸੀ। ਅਰਬੀ ਲੋਕਾਂ ਨਾਲ ਵਪਾਰ ਸੀ, ਵਧੀਆ ਸੀ। ਰਾਸ਼ਟਰਕੂਟ ਰਾਜਾ ਨੇ ਅਰਬਾਂ ਨਾਲ ਦੋਸਤਾਨਾ ਸੰਬੰਧ ਕਾਇਮ ਰੱਖ ਕੇ ਅਰਬ ਵਪਾਰ ਨੂੰ ਅੱਗੇ ਵਧਾਇਆ। ਇਹਨਾਂ ਨੇ ਆਪਸ 'ਚ ਦੋਸਤਾਨਾ ਸੰਬੰਧ ਰੱਖੇ ਰਾਸ਼ਟਰਕੂਟਾਂ ਨੇ, ਕਿਹਨਾਂ ਨਾਲ, ਅਰਬੀ ਮੁਲਕਾਂ ਨਾਲ। ਤੇ ਇਸ ਨਾਲ ਕੀ ਫਾਇਦਾ ਹੋਇਆ, ਵਪਾਰ ਨੂੰ ਕਾਫੀ ਫਾਇਦਾ ਹੋਇਆ। ਅੱਗੇ ਗੱਲ ਕਰਦੇ ਹਾਂ ਜੀ, ਕਲਚਰਲ ਕੰਟਰੀਬਿਊਸ਼ਨ, ਸੱਭਿਆਚਾਰਕ ਯੋਗਦਾਨ ਕੀ ਸੀ ਰਾਸ਼ਟਰਕੂਟਾਂ ਦਾ। ਰਾਸ਼ਟਰਕੂਟਾਂ ਨੇ ਸੰਸਕ੍ਰਿਤ ਸਾਹਿਤ ਦੀ ਵਿਆਪਕ ਤੌਰ ਤੇ ਸਰਪ੍ਰਸਤੀ ਕੀਤੀ। ਸੰਸਕ੍ਰਿਤ, ਦੇਖੋ ਸੰਸਕ੍ਰਿਤ ਸਾਹਿਤ ਵੀ ਤੇ ਆਪਣਾ ਕੰਨੜ ਸਾਹਿਤ ਤਾਂ ਸੀਗਾ ਹੀ ਸੀਗਾ। ਰਾਸ਼ਟਰਕੂਟ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਸਨ। ਜੈਨ ਸਾਹਿਤ ਰਾਸ਼ਟਰਕੂਟਾਂ ਦੀ ਸਰਪ੍ਰਸਤੀ ਹੇਠ ਵਧਿਆ, ਠੀਕ ਹੈ ਜੀ। ਅਮੋਘ ਵਰਸ਼ ਪਹਿਲਾ, ਜੋ ਕਿ ਇੱਕ ਜੈਨ ਸੀ, ਨੇ ਬਹੁਤ ਸਾਰੇ ਜੈਨ ਵਿਦਵਾਨਾਂ ਦੀ ਸਰਪ੍ਰਸਤੀ ਕੀਤੀ। ਅਮੋਘ ਵਰਸ਼ ਪਹਿਲਾ, ਇਸ ਨੇ ਕਾਫੀ ਪੈਟਰੋਨੇਜ ਦਿੱਤੀ ਜੈਨ ਵਿਦਵਾਨਾਂ ਨੂੰ, ਇਹ ਆਪ ਵੀ ਖੁਦ ਜੈਨ ਸੀ। ਇੱਕ ਹੋਰ ਵਿਦਵਾਨ ਗੁਣਭੱਦਰ ਨੇ ਆਦਿ ਪੁਰਾਣ, ਜੋ ਕਿ ਵੱਖ-ਵੱਖ ਜੈਨ ਸੰਤਾਂ ਦੀਆਂ ਜੀਵਨ ਕਹਾਣੀਆਂ ਸਨ, ਇਹ ਲਿਖੀਆਂ। ਇਹ ਪ੍ਰਸ਼ਨ ਆ ਜਾਣਾ, ਆਦਿ ਪੁਰਾਣ ਦਾ ਲੇਖਕ ਕੌਣ ਸੀ, ਗੁਣਭੱਦਰ। ਤੇ ਆਦਿ ਪੁਰਾਣ ਕਿਸ ਧਰਮ ਨਾਲ ਸੰਬੰਧਿਤ ਹੈ, ਹਿੰਦੂ, ਬੁੱਧ, ਜੈਨ, ਅਜੀਵਿਕਾ, ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ। ਤਾਂ ਆਨਸਰ ਹੈ ਜੀ ਜੈਨ ਸੰਤਾਂ ਦੀਆਂ ਜੀਵਨੀਆਂ। ਜੈਨ ਸੰਤਾਂ ਨਾਲ ਸੰਬੰਧਿਤ ਆ ਆਦਿ ਪੁਰਾਣ, ਲੇਖਕ ਕੌਣ ਆ ਜੀ, ਗੁਣਭੱਦਰ। ਕੰਨੜ ਸਾਹਿਤ ਦੀ ਸ਼ੁਰੂਆਤ ਰਾਸ਼ਟਰਕੂਟ ਦੇ ਸਮੇਂ ਦੌਰਾਨ ਹੋਈ। ਕੰਨੜ ਸਾਹਿਤ, ਉਹ ਵੀ ਇਹਨਾਂ ਦੇ ਟਾਈਮ ਸ਼ੁਰੂ ਹੋਇਆ। ਅਮੋਘ ਵਰਸ਼ ਦੀ ਕਵੀ ਰਾਜ ਮਾਰਗ ਕੰਨੜ ਭਾਸ਼ਾ ਵਿੱਚ ਪਹਿਲੀ ਕਾਵਿ ਰਚਨਾ ਸੀ। ਆਹ ਇੰਪੋਰਟੈਂਟ ਪੁਆਇੰਟ ਹੋ ਗਿਆ। ਅਮੋਘ ਵਰਸ਼ ਜਿਹੜਾ ਖੁਦ ਰਾਜਾ ਸੀ, ਉਹਦੀ ਰਚਨਾ ਕਿਹੜੀ ਸੀ, ਕਵੀ ਰਾਜ ਮਾਰਗ, ਤੇ ਉਹ ਕੰਨੜ ਭਾਸ਼ਾ ਵਿੱਚ ਪਹਿਲੀ ਕਾਵਿ ਰਚਨਾ ਸੀ। ਇਹ ਲਾਈਨ ਇੰਪੋਰਟੈਂਟ ਆ, ਠੀਕ ਹੈ ਜੀ। ਪੰਪਾ ਕੰਨੜ ਕਵੀਆਂ ਵਿੱਚੋਂ ਸਭ ਤੋਂ ਮਹਾਨ ਕਵੀ ਸੀ। ਪੰਪਾ, ਇਹ ਪੋਇਟ ਦਾ ਨਾਂ ਆ। ਇਹ ਪੁੱਛਿਆ ਜਾ ਸਕਦਾ ਕਿ ਪੰਪਾ ਕਵੀ ਕਿਹੜੀ ਭਾਸ਼ਾ ਨਾਲ ਸੰਬੰਧਿਤ ਸੀ, ਕੰਨੜ। ਉਸ ਦੀ ਮਸ਼ਹੂਰ ਰਚਨਾ ਬਿਕਰਮ ਸੇਨ ਵਿਜੇ ਸੀ। ਬਿਕਰਮ ਸੇਨ ਵਿਜੇ ਉਸ ਦੀ ਮਸ਼ਹੂਰ ਰਚਨਾ ਸੀ। ਇਹ ਭਾਵੇਂ ਨਾਂ ਵੀ ਯਾਦ ਰੱਖ ਪਾਓ, ਤੇ ਪੰਪਾ ਜ਼ਰੂਰ ਯਾਦ ਰੱਖੋ। ਇਹ ਯਾਦ ਰਹਿ ਗਿਆ ਤਾਂ ਵੀ ਠੀਕ ਆ, ਪਰ ਪੰਪਾ ਕਿਹੜੀ ਭਾਸ਼ਾ ਦਾ ਕਵੀ ਸੀ, ਕੰਨੜ। ਬਹੁਤ ਮਹਾਨ ਕਵੀ ਸੀ ਕੰਨੜ ਭਾਸ਼ਾ ਦਾ। ਇਸ ਹਿਸਾਬ ਨਾਲ ਇੱਕ ਹੋਰ ਸੀਗਾ ਪੋਨਾ, ਪੰਪਾ, ਪੋਨਾ, ਇਸ ਤਰ੍ਹਾਂ ਸੀ। ਰੰਪਾ ਵੀ ਸੀ ਇੱਕ ਸ਼ਾਇਦ, ਹਾਂ ਰੰਪਾ ਵੀ ਸੀ। ਪੋਨਾ ਇੱਕ ਹੋਰ ਮਸ਼ਹੂਰ ਕੰਨੜ ਕਵੀ ਸੀ ਅਤੇ ਉਸਨੇ ਸ਼ਾਂਤੀ ਪੁਰਾਣ ਲਿਖਿਆ, ਠੀਕ ਹੈ ਜੀ। ਪੰਪਾ, ਪੋਨਾ, ਇਹ ਸਾਰੇ ਕੀ ਹੋ ਗਏ, ਕੰਨੜ ਭਾਸ਼ਾ ਦੇ ਕਵੀ। ਅੱਗੇ ਗੱਲ ਕਰਦੇ ਹਾਂ ਜੀ ਕਲਾ ਅਤੇ ਆਰਕੀਟੈਕਚਰ ਦੀ। ਉਹ ਕਿਸ ਤਰ੍ਹਾਂ ਦਾ ਸੀ। ਰਾਸ਼ਟਰਕੂਟਾਂ ਦੀ ਕਲਾ ਅਤੇ ਆਰਕੀਟੈਕਚਰ ਅਲੋਰਾ ਅਤੇ ਐਲੀਫੈਂਟਾ ਵਿਖੇ ਪਾਈ ਗਈ ਹੈ। ਮੇਨ ਕੀ ਹੈ,
ਐਲੋਰਾ ਦੀਆਂ ਗੁਫਾਵਾਂ ਤੇ ਐਲੀਫੈਂਟਾਂ ਦੀਆਂ ਗੁਫਾਵਾਂ। ਅਲੋਰਾ ਵਿਖੇ ਸਭ ਤੋਂ ਅਨੋਖਾ ਮੰਦਰ ਕੈਲਾਸ਼ ਮੰਦਰ ਹੈ। ਦੇਖੋ ਅਲੋਰਾ ਇਹ ਤੁਹਾਡੇ ਇੱਧਰ ਹੀ ਆ ਮਹਾਰਾਸ਼ਟਰ ਵਿੱਚ, ਔਰੰਗਾਬਾਦ ਜ਼ਿਲ੍ਹੇ ਵਿੱਚ ਆਈ ਥਿੰਕ, ਹਾਂ ਮਹਾਰਾਸ਼ਟਰ ਵਿੱਚ ਇਹ ਗੁਫਾਵਾਂ। ਉਹਦੇ ਵਿੱਚ ਕੈਲਾਸ਼ ਮੰਦਰ ਬੜਾ ਫੇਮਸ ਆ ਅਲੋਰਾ ਦੀਆਂ ਗੁਫਾਵਾਂ ਵਿੱਚ। ਕਿਹਨੇ ਬਣਾਇਆ ਜੀ? ਕ੍ਰਿਸ਼ਨ ਪਹਿਲੇ ਨੇ। ਕ੍ਰਿਸ਼ਨ ਪਹਿਲੇ ਰਾਸ਼ਟਰਕੂਟ ਰਾਜੇ ਨੇ ਕੈਲਾਸ਼ ਮੰਦਰ ਬਣਾਇਆ ਸੀ। ਇਹ 200 ਫੁੱਟ ਲੰਬੀ ਅਤੇ 100 ਫੁੱਟ ਚੌੜਾਈ ਅਤੇ ਉਚਾਈ ਵਾਲੀ ਇੱਕ ਵੱਡੀ ਚੱਟਾਨ ਤੋਂ ਬਣਾਈ ਗਈ ਹੈ। ਦੇਖੋ ਇਹ ਬੜਾ ਇੰਟਰਸਟਿੰਗ ਪਹਿਲੂ ਆ। ਇੱਕ ਵੱਡਾ ਜਿਹਾ ਪੱਥਰ ਆ, ਉਸ ਪੱਥਰ ਨੂੰ ਤਰਾਸ਼ ਕੇ ਤੁਸੀਂ ਪੂਰੇ ਦਾ ਪੂਰਾ ਮੰਦਰ ਬਣਾਤਾ, ਤਾਂ ਇਹਦੇ ਲਈ ਕਿੰਨੀ ਵੱਡੀ ਇਮੈਜੀਨੇਸ਼ਨ ਦੀ ਲੋੜ ਹੋਏਗੀ। ਦੇਖੋ ਆਮ ਅਸੀਂ ਘਰ ਬਣਾਉਂਦੇ ਹਾਂ, ਮੰਦਰ ਬਣਾਉਂਦੇ ਹਾਂ, ਇੱਟ ਨਾਲ ਇੱਟ ਜੋੜੀ ਗਏ ਤਾਂ ਉਹਨੂੰ ਵੱਡਾ ਕਰੀ ਗਏ, ਪਰ ਇਹ ਕੀ ਆ, ਇਹ ਬਾਹਰੋਂ ਅੰਦਰ ਵੱਲ ਨੂੰ ਬਣਾਇਆ ਗਿਆ ਮੰਦਰ ਆ। ਤਾਂ ਇਹਦੇ ਲਈ ਕੀ ਆ, ਗ੍ਰੇਟ ਇਮੈਜੀਨੇਸ਼ਨ ਦੀ ਲੋੜ ਹੁੰਦੀ ਆ। ਤੁਸੀਂ ਦੇਖ ਕੇ ਸੋਚ ਕੇ ਦੇਖੋ ਨਾ, ਇੱਕ ਕਿੱਡਾ ਵੱਡਾ ਪੱਥਰ ਆ, ਤੁਸੀਂ ਉਹਨੂੰ ਤਰਾਸ਼ਣਾ ਆ, ਤਾਂ ਉਹਦੇ ਲਈ ਕਿੰਨਾ ਦਿਮਾਗ ਦੀ ਲੋੜ ਹੋਊਗੀ, ਕਿੰਨੀ ਪਲੈਨਿੰਗ ਦੀ ਲੋੜ ਹੋਊਗੀ। ਤਾਂ ਇਹ ਕੈਲਾਸ਼ ਮੰਦਰ ਇੱਕ ਵੱਡੀ ਜਿਹੀ ਚੱਟਾਨ ਨੂੰ ਕੱਟ ਕੇ ਬਣਾਇਆ ਗਿਆ ਆ। ਤੁਸੀਂ ਨਾ ਪਹਿਲਾਂ ਫੋਟੋ ਦੇਖ ਲਓ ਇਹਦੀ। ਦੇਖੋ ਇੱਕ ਵੱਡੀ ਜਿਹੀ ਚੱਟਾਨ ਆ, ਠੀਕ ਹੈ, ਉਹਨੂੰ ਉੱਪਰੋਂ ਦੀ ਥੋੜੀ ਛੈਣੀਆਂ ਨਾਲ ਕੱਟ ਕੇ ਤਰਾਸ਼ ਕੇ ਪੂਰਾ ਇੱਕ ਮੰਦਰ ਬਣਾਤਾ ਅੰਦਰ, ਠੀਕ ਬਣਾਤਾ। ਹੁਣ ਤੁਹਾਨੂੰ ਦੇਖਣ ਨੂੰ ਲੱਗਣਾ ਖੜੇ ਛੋਟਾ ਜਿਹਾ ਆ। ਇੱਥੋਂ ਦੇਖੋ, ਦੇਖੋ ਸੈਲਾਨੀ ਖੜੇ ਆ, ਸੈਲਾਨੀ ਖੜੇ ਆ। ਕਿੱਡਾ ਵੱਡਾ ਮੰਦਰ ਆ, ਇੱਕ ਹੀ ਪੱਥਰ ਨੂੰ ਤਰਾਸ਼ ਕੇ ਬਣਾਇਆ ਗਿਆ। ਥੱਲੇ ਇੱਕ ਕੀ ਆ, ਸਲੈਬ ਆ ਪੱਥਰ ਦੀ। ਇਹ ਸਲੈਬ ਦੇ ਉੱਤੇ ਮੰਦਰ ਆ। ਹੁਣ ਇਹ ਨਹੀਂ ਹੈਗਾ ਕਿ ਪਹਿਲਾਂ ਸਲੈਬ ਬਣਾਈ, ਉਹਦੇ ਉੱਤੇ ਮੰਦਰ ਦੇ ਟੁਕੜੇ ਰੱਖੇ, ਨਾ, ਉੱਤੋਂ ਬਣਾਉਂਦੇ ਆਏ ਆ। ਇੱਕ ਹੀ ਪੱਥਰ ਆ, ਉਹਨੂੰ ਤਰਾਸ਼ਦੇ ਆ ਪੂਰਾ ਮੰਦਰ ਬਣਾਇਆ। ਤੇ ਇਹਦੇ ਉੱਤੇ ਹਾਥੀਆਂ ਦੀਆਂ ਫੋਟੋਆਂ ਆ, ਮੂਰਤੀਆਂ ਆ। ਤਾਂ ਦੂਰੋਂ ਦੇਖਣ ਨੂੰ ਇਹ ਲੱਗਦਾ ਕਿ ਇਹ ਹਾਥੀਆਂ ਦੇ ਉੱਤੇ ਮੰਦਰ ਖੜਾ ਆ, ਉੱਤੇ ਮੰਦਰ ਆ। ਤੇ ਸਲੈਬ ਆ, ਸਲੈਬ ਦੇ ਵਿੱਚ ਹਾਥੀਆਂ ਵਗੈਰਾ ਦੀਆਂ ਜਾਨਵਰਾਂ ਦੀਆਂ ਮੂਰਤੀਆਂ ਆ। ਤੇ ਪਿੱਲਰ ਹੈ ਜੀ ਇਹ 'ਚ ਕਾਫੀ। 3 ਸਟੋਰੀਆਂ, 3 ਮੰਜ਼ਿਲਾਂ ਦਾ ਇਹਦਾ ਸ਼ਿਖਰ ਆ। ਸ਼ਿਖਰ ਹੁੰਦਾ ਜੀ ਜਿਹੜਾ ਮੰਦਰ ਦਾ ਗੁੰਬਦ ਹੁੰਦਾ ਨਾ, ਉਹਨੂੰ ਸ਼ਿਖਰ ਕਹਿੰਦੇ ਆ। ਤੇ ਵਿੱਚ ਪਿੱਲੜ ਹਾਲ ਵੀ ਆ, ਇੱਕ ਪੂਰਾ ਹਾਲ ਆ, ਥੰਮਾਂ ਵਾਲਾ ਹਾਲ ਆ। ਪੜ੍ਹਦੇ ਆਪਾਂ ਫਿਰ ਦੇਖਦੇ ਜੀ, ਹੌਲੀ ਹੌਲੀ ਪੜ੍ਹਦੇ ਆ। ਮੰਦਰ ਦੇ 4 ਭਾਗ ਹਨ। ਇੱਕ ਹੈ ਜੀ ਮੁੱਖ ਅਸਥਾਨ, ਜਿਹਨੂੰ ਆਪਾਂ ਕਹਿੰਦੇ ਸ਼ਰਾਈਨ, ਜਿੱਥੇ ਭਗਵਾਨ ਦੀ ਮੂਰਤੀ ਰੱਖੀ ਜਾਂਦੀ ਆ, ਪੂਜਾ ਦਾ ਸਥਾਨ, ਉਹਨੂੰ ਕਹਿੰਦੇ ਜੀ ਮੁੱਖ ਅਸਥਾਨ, ਸ਼ਰਾਈਨ। ਇੱਕ ਹੈ ਜੀ ਪ੍ਰਵੇਸ਼ ਦੁਆਰ, ਐਂਟਰੈਂਸ। ਨੰਦੀ ਲਈ ਇੱਕ ਵਿਚਕਾਰਲਾ ਅਸਥਾਨ, ਨੰਦੀ। ਦੇਖੋ ਮੰਦਰ ਦੇ ਅੱਗੇ ਨਾ ਇੱਕ ਆਪਣਾ ਤੁਸੀਂ ਅਕਸਰ ਪਾਓਗੇ ਕਿ ਨੰਦੀ ਦੀ ਮੂਰਤੀ ਹੁੰਦੀ ਆ। ਨੰਦੀ ਭਗਵਾਨ ਸ਼ਿਵ ਦਾ ਬੈਲ ਸੀ ਜਿਹੜਾ, ਉਹਦੀ ਛੋਟੀ ਜਿਹੀ ਮੂਰਤੀ ਆਮ ਮੰਦਰਾਂ ਤੇ ਹੁੰਦੀ ਆ। ਇੱਥੇ ਥੋੜ੍ਹੀ ਵੱਡੀ ਹੋਏਗੀ ਭਾਵੇਂ, ਉੱਥੇ ਇੱਕ ਨੰਦੀ ਦੀ ਮੂਰਤੀ ਆ। ਨੰਦੀ ਲਈ ਇੱਕ ਵਿਚਕਾਰਲਾ ਸਥਾਨ ਅਤੇ ਵਿਹੜੇ ਦੇ ਆਲੇ ਦੁਆਲੇ ਮੰਡਪ, ਵੱਡਾ ਜਿਹਾ ਕੋਰਟਯਾਰਡ ਆ, ਜਿੱਥੇ ਜਨਤਾ ਬਹਿੰਦੀ ਆ, ਸੰਗਤ ਬਹਿੰਦੀ ਆ। ਉਹਦੇ ਆਲੇ ਦੁਆਲੇ ਇੱਕ ਮੰਡਪ ਆ। ਇਹ 4 ਹਿੱਸੇ ਹੋ ਗਏ ਮੰਦਰ ਦੇ। ਮੰਦਰ 25 ਫੁੱਟ ਉੱਚੇ ਇੱਕ ਉੱਚੇ ਜਿਹੇ ਥੜੇ ਤੇ ਖੜਾ ਹੈ। ਕਿੱਡਾ ਵੱਡਾ ਥੜਾ ਆ, 25 ਫੁੱਟ ਉੱਚਾ। ਦੇਖੋ ਆਹ ਵਾਲਾ ਥੜਾ ਆ, ਥੜੇ ਦੇ ਉੱਤੇ ਆ ਮੰਦਰ, ਠੀਕ। ਇੰਨਾ ਥੜਾ ਹੋ ਗਿਆ, ਠੀਕ ਹੈ ਜੀ। ਥੜੇ ਦੇ ਕੇਂਦਰ ਤੇ ਹਾਥੀਆਂ ਅਤੇ ਸ਼ੇਰਾਂ ਦੇ ਚਿੱਤਰ ਇਹ ਦ੍ਰਿਸ਼ ਪੇਸ਼ ਕਰਦੇ ਹਨ ਕਿ ਜਿਵੇਂ ਸਾਰਾ ਢਾਂਚਾ ਉਹਨਾਂ ਦੀ ਪਿੱਠ ਤੇ ਟਿਕਿਆ ਹੋਇਆ ਹੈ। ਹਾਥੀ ਤੇ ਸ਼ੇਰ ਵਗੈਰਾ ਦੇ ਮੂਰਤੀਆਂ ਆ, ਚਿੱਤਰ ਆ, ਤਾਂ ਦੇਖਣ ਤੇ ਲੱਗਦਾ ਕਿ ਇਹਨਾਂ ਦੇ ਉੱਤੇ ਸਾਰਾ ਮੰਦਰ ਟਿਕਿਆ ਹੋਇਆ ਆ, ਸਾਰਾ ਢਾਂਚਾ ਟਿਕਿਆ ਹੋਇਆ ਆ ਇਹਨਾਂ ਦੀ ਪਿੱਠ ਤੇ। ਦੇਖ ਲਈਆਂ ਅਸੀਂ ਫੋਟੋਆਂ। ਦੇਖੋ ਇਹਨਾਂ ਦੀ ਲੱਗਦਾ ਪਿੱਠ ਦੇ ਉੱਤੇ ਪੂਰਾ ਮੰਦਰ ਟਿਕਿਆ ਆ। ਇਸ ਤਰ੍ਹਾਂ ਬਾਹਰ ਨੂੰ ਬਣਾਏ ਆ ਹਾਥੀ ਸ਼ੇਰ। ਅੱਛਾ ਜੀ। ਇਸ ਵਿੱਚ ਮਮੱਲਾਪੁਰਮ ਰੱਥਾਂ ਦੇ ਸ਼ਿਖਰ ਵਰਗਾ ਇੱਕ 3 ਪੱਧਰੀ ਜਾਂ 3 ਮੰਜ਼ਲੀ ਸ਼ਿਖਰ ਜਾਂ ਬੁਰਜ ਹੈ। ਜਿਹੜਾ ਸ਼ਿਖਰ, ਜਿਹੜਾ ਮੇਨ ਸ਼ਰਾਈਨ ਦੇ ਉੱਤੇ ਗੁੰਬਦ ਹੁੰਦਾ, ਮੰਦਰ ਦਾ ਗੁੰਬਦ ਹੁੰਦਾ ਨਾ ਜਿਹੜਾ ਉੱਤੇ ਨੂੰ ਜਾਂਦਾ, ਇਹ ਥੋੜਾ ਆਪਣਾ ਸਿੰਪਲ ਕਹਿ ਲਈਏ, ਮੰਦਰ ਦੇ ਜਿੱਥੇ ਮੇਨ ਮੂਰਤੀ ਹੁੰਦੀ ਆ ਉਹਦੇ ਉੱਤੇ ਇੱਕ ਗੁੰਬਦ ਹੁੰਦਾ ਤਿੱਖਾ ਜਿਹਾ। ਤੇ ਉਹ ਜਿਹੜਾ ਗੁੰਬਦ ਆ ਉਹ ਕੀ ਆ, ਦੇਖ ਲਓ ਨਾ, ਆਹ ਵਾਲਾ, ਇਹਨੂੰ ਕਹਿੰਦੇ ਸ਼ਿਖਰ। ਗੁੰਬਦ ਹੁੰਦਾ, ਗੁੰਬਦ ਹੋ ਗਿਆ ਸਾਊਥ ਇੰਡੀਆ ਵਾਲਾ। ਸਾਡੇ ਕੀ ਹੁੰਦਾ, ਨਾਰਥ ਵੱਲ ਪੂਰਾ ਪਲੇਨ ਹੁੰਦਾ ਆ, ਠੀਕ ਹੈ ਜੀ। ਇਹ ਕਿੰਨੇ ਮੰਜ਼ਲੀ ਆ? 3 ਮੰਜ਼ਲੀ। ਮੰਦਰ ਦੇ ਅੰਦਰਲੇ ਹਿੱਸੇ ਵਿੱਚ ਇੱਕ ਥੰਮਾਂ ਵਾਲਾ ਹਾਲ ਹੈ। ਇੱਕ ਹਾਲ ਹੈ ਜੀ, ਜਿਹਦੇ ਵਿੱਚ ਕਿੰਨੇ ਪਿੱਲਰ ਆ, ਥੰਮ ਆ, ਠੀਕ ਹੈ ਜੀ, ਹਾਲ ਹੈ, ਜਿਸ ਵਿੱਚ 16 ਵਰਗਾਕਾਰ ਥੰਮ ਹਨ। 16 ਵਰਗਾਕਾਰ ਮਤਲਬ ਚੌਰਸ,
ਗੋਲ ਗੋਲ ਥੰਮ ਨਹੀਂ ਹੈਗੇ, ਗੋਲ ਗੋਲ ਖੰਭੇ ਨਹੀਂ ਹੈਗੇ, ਕਿੱਦਾਂ ਦੇ ਆ, ਵਰਗਾਕਾਰ ਚੌੜੇ, ਮੀਨ ਜਿਹੜੇ ਗੋਲ ਨਹੀਂ ਹੈਗੇ, ਆਇਤਾਕਾਰ ਵਰਗਾਕਾਰ ਵਰਗ। ਕੈਲਾਸ਼ ਮੰਦਰ ਇੱਕ ਆਰਕੀਟੈਕਚਰ ਦੀ ਉੱਤਮ ਮਿਸਾਲ ਹੈ ਜਿਸ ਵਿੱਚ ਸੁੰਦਰ ਮੂਰਤੀਆਂ ਵੀ ਵਸੀਆਂ ਹਨ। ਸੁੰਦਰ ਮੂਰਤੀਆਂ ਵੀ ਵਸੀਆਂ ਆ। ਮੂਰਤੀਆਂ ਦੀ ਕੁਛ ਮੇਨ ਮੂਰਤੀਆਂ ਦੀ ਗੱਲ ਕਰ ਲਈਏ। ਦੁਰਗਾ ਦੇਵੀ ਦੁਆਰਾ ਮੱਝਾਂ ਦੇ ਰਾਕਸ਼ਸ ਕਿਹੜਾ ਮਹਿਸਾਸੁਰ, ਉਸ ਨੂੰ ਮਾਰਦੇ ਹੋਏ ਦਿਖਾਇਆ ਗਿਆ ਆ ਇੱਕ ਮੂਰਤੀ ਵਿੱਚ। ਆਹ ਦੇਖ ਲੈਂਦੇ ਪਹਿਲਾਂ ਆਪਾਂ। ਆਹ ਦੇਖੋ, ਆਹ ਹੈਗੀ ਦੁਰਗਾ ਮਾਤਾ, ਤਾਂ ਆਹ ਕੀ ਆ, ਮਹਿਸਾਸੁਰ। ਮਹਿਸਾਸੁਰ ਨੂੰ ਮਾਰਦੇ ਹੋਏ ਦਿਖਾਇਆ ਆ ਦੁਰਗਾ ਦੇਵੀ ਦੁਆਰਾ। ਇੱਕ ਇਹ ਮੂਰਤੀ ਹੋ ਗਈ। ਇਹ ਕਿੱਥੇ ਆ, ਇਹ ਪੁੱਛੀ ਜਾ ਸਕਦੀ, ਇਹ ਮੂਰਤੀ ਕਿੱਥੇ ਆ, ਕਿਹੜੀ ਕੇਵ ਪੇਂਟਿੰਗ ਵਿੱਚ ਆ ਜਿੱਥੇ ਦੇਵੀ ਦੁਰਗਾ ਮਹਿਸਾਸੁਰ ਨੂੰ ਮਾਰ ਰਹੀ ਹੈ? ਉਹ ਹੈ ਜੀ ਅਲੋਰਾ ਦੀਆਂ ਗੁਫਾਵਾਂ ਵਿੱਚ। ਠੀਕ। ਇੱਕ ਹੋਰ ਮੂਰਤੀ ਵਿੱਚ ਰਾਵਣ ਸ਼ਿਵ ਦੇ ਨਿਵਾਸ ਸਥਾਨ ਕੈਲਾਸ਼ ਪਰਬਤ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਹ ਦੇਖ ਲਓ, ਆਹ ਰਾਵਣ ਆ, ਆਹ ਸ਼ਿਵ ਜੀ ਆ, ਸ਼ਿਵ ਜੀ ਦਾ ਨਿਵਾਸ ਸਥਾਨ ਕੈਲਾਸ਼ ਪਰਬਤ ਆ ਪੂਰਾ, ਤੇ ਕੈਲਾਸ਼ ਪਰਬਤ ਆ ਸ਼ਿਵ ਜੀ ਆ, ਆ ਮਾਤਾ ਪਾਰਵਤੀ ਆ, ਇਹ ਬੈਠੇ ਆ, ਤਾਂ ਥੱਲੇ ਰਾਵਣ ਇਹਨਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ। ਰਾਵਣ ਸ਼ੇਕਿੰਗ ਮਾਊਂਟ ਕੈਲਾਸ਼, ਮਾਊਂਟ ਕੈਲਾਸ਼, ਕੈਲਾਸ਼ ਪਰਬਤ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਰਾਵਣ। ਇਹ ਤੁਸੀਂ ਯਾਦ ਰੱਖ ਲੈਣਾ। ਦੀਵਾਰਾਂ ਤੇ ਰਾਮਾਇਣ ਦੇ ਚਿੱਤਰ ਵੀ ਚਿੱਤਰੇ ਗਏ ਹਨ, ਰਾਮਾਇਣ ਦੇ ਦ੍ਰਿਸ਼ ਵੀ ਚਿੱਤਰੇ ਗਏ ਸਨ। ਕੈਲਾਸ਼ ਮੰਦਰ ਦੀਆਂ ਆਮ ਵਿਸ਼ੇਸ਼ਤਾਵਾਂ ਸਾਡੇ ਨਾਗਰਾ ਨਾਲੋਂ ਦਰਾਵਿੜ ਵਧੇਰੇ ਹਨ। ਇਹਦੀਆਂ ਮੁੱਖ ਵਿਸ਼ੇਸ਼ਤਾਵਾਂ ਸਾਊਥ ਇੰਡੀਆ ਦੇ ਟੈਂਪਲ ਵਰਗੀਆਂ ਆ। ਇਹ ਗੱਲ ਹੋ ਗਈ ਜੀ। ਹੁਣ ਪੜ੍ਹਦੇ ਹਾਂ ਜੀ ਐਲੀਫੈਂਟਾ ਕੇਵਸ ਬਾਰੇ। ਐਲੀਫੈਂਟਾ ਬੰਬਈ ਦੇ ਨੇੜੇ ਇੱਕ ਟਾਪੂ ਹੈ, ਇੱਕ ਆਈਲੈਂਡ ਹੈ ਬੰਬੇ ਲਾਗੇ, ਹੁਣ ਤਾਂ ਮੁੰਬਈ ਕਹਿੰਦੇ ਆ। ਇਸ ਨੂੰ ਸ਼ੁਰੂ ਵਿੱਚ ਸ਼੍ਰੀਪੁਰੀ ਕਿਹਾ ਜਾਂਦਾ ਸੀ। ਪੁਰਤਗਾਲੀਆਂ ਨੇ ਇੱਕ ਵੱਡਾ ਹਾਥੀ ਦੇਖ ਕੇ ਇਸ ਨੂੰ ਐਲੀਫੈਂਟਾ ਨਾਮ ਦਿੱਤਾ ਸੀ। ਇਹ ਇੰਟਰਸਟਿੰਗ ਪੁਆਇੰਟ ਆ। ਜਦੋਂ ਪੁਰਤਗਾਲੀ ਸਮੁੰਦਰੀ ਰਸਤੇ ਇੱਥੇ ਆਏ ਨਾ, ਉਹਨਾਂ ਨੇ ਇੱਥੇ ਇੱਕ ਵੱਡਾ ਜਿਹਾ ਹਾਥੀ ਦੇਖਿਆ, ਵੱਡਾ, ਕਹਿੰਦੇ ਵੱਡੇ ਜਿਹੇ ਹਾਥੀ ਦੀ ਫਿਗਰ ਦੇਖੀ, ਤਾਂ ਉਹਨੂੰ ਦੇਖ ਕੇ ਇਹਨਾਂ ਨੇ ਇਹ ਜਿਹੜੇ ਹੈ ਗੁਫਾਵਾਂ ਉਹਨੂੰ ਐਲੀਫੈਂਟਾ ਦਾ ਨਾਂ ਦੇਤਾ, ਤਾਂ ਇਹਨੂੰ ਐਲੀਫੈਂਟਾ ਕੇਵ ਕਿਹਾ ਜਾਣ ਲੱਗ ਗਿਆ। ਪ੍ਰਸ਼ਨ ਆ ਸਕਦਾ ਕਿ ਐਲੀਫੈਂਟਾ ਕੇਵਸ ਨੂੰ ਐਲੀਫੈਂਟਾ ਨਾਮ ਕਿਹਨੇ ਦਿੱਤਾ? ਪੁਰਤਗਾਲੀਆਂ ਨੇ, ਡੱਚ ਨੇ, ਅੰਗਰੇਜ਼ਾਂ ਨੇ ਜਾਂ ਫਰਾਂਸੀਸੀਆਂ ਨੇ? ਉਹ ਦਿੱਤਾ ਜੀ ਪੁਰਤਗਾਲੀਆਂ ਨੇ। ਸ਼ੁਰੂ ਵਿੱਚ ਇਸ ਨੂੰ ਸ਼੍ਰੀਪੁਰੀ ਕਿਹਾ ਜਾਂਦਾ ਸੀ। ਇਸ ਸਥਾਨ ਤੇ ਰਾਸ਼ਟਰਕੂਟਾਂ ਦੀ ਮੂਰਤੀ ਕਲਾ ਆਪਣੇ ਸਿਖਰ ਤੇ ਪਹੁੰਚ ਗਈ ਸੀ। ਰਾਸ਼ਟਰਕੂਟਾਂ ਦੀ ਮੂਰਤੀ ਕਲਾ ਨੇ ਹੋਰ ਤਰੱਕੀ ਕਰ ਲਈ। ਅਲੋਰਾ ਦੀਆਂ ਮੂਰਤੀਆਂ ਅਤੇ ਐਲੀਫੈਂਟਾ ਦੀਆਂ ਮੂਰਤੀਆਂ ਵਿੱਚ ਨਜ਼ਦੀਕੀ ਸਮਾਨਤਾ ਹੈ। ਇਹ ਆਪਸ 'ਚ ਕਾਫੀ ਮਿਲਦੀਆਂ, ਅਲੋਰਾ ਤੇ ਐਲੀਫੈਂਟਾ ਦੀਆਂ ਮੂਰਤੀਆਂ। ਤਾਂ ਇਹ ਵੀ ਫਿਰ ਇਹ ਸਮਝਿਆ ਜਾਂਦਾ ਆ ਕਿ ਉਹੀ ਕਾਰੀਗਰਾਂ ਨੇ ਜਿਨ੍ਹਾਂ ਨੇ ਅਲੋਰਾ ਦੀਆਂ ਗੁਫਾਵਾਂ ਵਿੱਚ ਮੂਰਤੀਆਂ ਬਣਾਈਆਂ, ਉਹਨਾਂ ਨੇ ਹੀ ਐਲੀਫੈਂਟਾ ਦੀਆਂ ਗੁਫਾਵਾਂ ਵਿੱਚ ਮੂਰਤੀਆਂ ਬਣਾਈਆਂ। ਕਾਰੀਗਰ ਸੇਮ ਸੀ। ਹੋ ਸਕਦਾ ਹੈ ਕਿ ਉਹ ਦੋਨੋਂ ਇੱਕੋ ਕਾਰੀਗਰਾਂ ਦੁਆਰਾ ਬਣਾਏ ਗਏ ਹੋਣ। ਠੀਕ ਹੈ ਜੀ। ਪਾਵਨ ਅਸਥਾਨ ਜਿਹੜਾ ਮੇਨ ਸ਼ਰਾਈਨ ਹੁੰਦਾ, ਉਸ ਦੇ ਪ੍ਰਵੇਸ਼ ਦੁਆਰ ਤੇ ਦੁਆਰ ਪਾਲਕਾਂ ਦੀਆਂ ਵੱਡੀਆਂ ਮੂਰਤੀਆਂ ਹਨ। ਆਹ ਮੇਨ ਆ ਜੀ, ਜਿੱਥੇ ਮੱਥਾ ਟੇਕਣ ਜਾਈਦਾ, ਇੱਥੇ ਮੇਨ ਸ਼ਰਾਈਨ ਆ, ਤੇ ਉਹਦੇ ਦੁਆਰ ਤੇ ਕੀ ਆ? ਦੁਆਰ ਪਾਲਕ ਆ। ਇਹ ਦੁਆਰ ਦੇ ਰੱਖਿਅਕ, ਦੁਆਰ ਪਾਲਕ, ਵੱਡੀਆਂ ਮੂਰਤੀਆਂ। ਇਹ ਕਿੱਥੇ ਆ? ਅਜੰਤਾ ਦੀਆਂ ਗੁਫਾਵਾਂ ਵਿੱਚ। ਠੀਕ। ਪਾਵਨ ਅਸਥਾਨ ਦੇ ਆਲੇ ਦੁਆਲੇ ਪਰਿਕਰਮਾ ਦੀਆਂ ਕੰਧਾਂ ਵਿੱਚ ਕਈ ਥਾਵਾਂ ਤੇ ਸ਼ਿਵ ਦੀਆਂ ਵੱਖ-ਵੱਖ ਰੂਪਾਂ ਵਾਲੀਆਂ ਮੂਰਤੀਆਂ ਹਨ, ਜਿਵੇਂ ਨਟਰਾਜ, ਗੰਗਾਧਰ, ਅਰਧ ਨਾਰੀਸ਼ਵਰ। ਇਹ ਸ਼ਿਵ ਜੀ ਦੀ ਇੱਕ ਹੈ ਜੀ ਮੂਰਤੀ, ਜਿਹਦੇ ਵਿੱਚ ਅੱਧਾ ਜਾਂ ਬੋਡੀ ਆ ਉਹ ਕੀ ਆ? ਨਾਰੀ, ਤੇ ਅੱਧੀ ਬੋਡੀ ਕੀ ਆ? ਨਰ। ਮਾਤਾ ਇੱਕ ਹੈ ਮੇਲ, ਇੱਕ ਹੈ ਫੀਮੇਲ, ਇੱਕ ਹੀ ਬੋਡੀ ਵਿੱਚ, ਅਰਧ ਨਾਰੀਸ਼ਵਰ। ਸੋਮਸਕੰਦ, ਇਹ ਪੁੱਛਿਆ ਜਾ ਸਕਦਾ ਕਿ ਨਟਰਾਜ, ਗੰਗਾਧਰ, ਅਰਧ ਨਾਰੀਸ਼ਵਰ ਅਤੇ ਸੋਮਸਕੰਦ ਇਹ ਕਿਹੜੇ ਭਗਵਾਨ ਦੀਆਂ ਅਲੱਗ-ਅਲੱਗ ਰੂਪ ਆ? ਉਹ ਹੈ ਜੀ ਸ਼ਿਵ ਦੇ। ਤੇ ਅਜੰਤਾ ਦੀਆਂ ਜਿਹੜੇ ਹੈ ਗੁਫਾਵਾਂ, ਉਹਦੀਆਂ ਕੰਧਾਂ ਤੇ ਮੇਨ ਜਿਹੜਾ ਹੈ ਮੰਦਿਰ, ਉਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਕੰਧਾਂ ਤੇ ਉੱਥੇ ਕਈ ਥਾਵਾਂ ਤੇ ਸ਼ਿਵ ਦੀਆਂ ਆਹ ਵੱਖ-ਵੱਖ ਰੂਪਾਂ ਵਾਲੀਆਂ ਮੂਰਤੀਆਂ ਹਨ। ਇਸ ਮੰਦਿਰ ਦਾ ਸਭ ਤੋਂ ਪ੍ਰਭਾਵਸ਼ਾਲੀ ਚਿੱਤਰ ਤ੍ਰਿਮੂਰਤੀ ਹੈ। ਤਿੰਨ ਮੂਰਤੀ, ਆਹ ਦੇਖੋ ਜੀ, ਤ੍ਰਿਮੂਰਤੀ, 3 ਫੇਸ ਵਾਲੀ ਮੂਰਤੀ। ਇਹ ਮੂਰਤੀ 6 ਮੀਟਰ ਉੱਚੀ ਹੈ, ਕਾਫੀ ਉੱਚੀ ਹੈ, 6 ਮੀਟਰ। ਇਹ ਸ਼ਿਵ ਦੇ 3 ਪਹਿਲੂ ਆ। ਕਿਹੜੇ? ਸਿਰਜਣਹਾਰ, ਪੈਦਾ ਕਰਨ ਵਾਲਾ, ਰੱਖਿਅਕ
ਅਤੇ ਵਿਨਾਸ਼ਕਾਰੀ। ਰੱਖਿਅਕ ਮਤਲਬ ਸਾਂਭ ਸੰਭਾਲ ਕਰਨ ਵਾਲਾ, ਸਿਰਜਣਹਾਰ ਮਤਲਬ ਕ੍ਰੀਏਟਰ, ਰੱਖਿਅਕ ਮਤਲਬ ਪ੍ਰਜ਼ਰਵਰ ਅਤੇ ਵਿਨਾਸ਼ਕਾਰ ਮਤਲਬ ਡਿਸਟਰੋਇਰ। ਉਹ ਸਾਜਣਾ ਵੀ ਉਹ ਕਰਦਾ, ਸਾਨੂੰ ਪਾਲਦਾ ਵੀ ਉਹੀ ਆ ਅਤੇ ਸਾਡਾ ਬਾਅਦ ਵਿੱਚ ਸਾਨੂੰ ਡੈਥ ਵੀ ਉਹ ਦਿੰਦਾ, ਮੌਤ ਵੀ ਉਹ ਦਿੰਦਾ। ਇਹ ਸ਼ਿਵ ਦੇ 3 ਪਹਿਲੂ ਹੋ ਗਏ ਅਤੇ ਇਹ 3 ਪਹਿਲੂਆਂ ਨੂੰ ਦਰਸਾਉਂਦੀ ਹੈ ਜੀ ਇਹ ਮੂਰਤੀ। ਠੀਕ ਹੈ, ਇਸ ਦੇ ਨਾਲ ਸਾਡਾ ਚੈਪਟਰ ਖਤਮ ਹੁੰਦਾ ਜੀ। ਤੁਸੀਂ ਇਹਨੂੰ ਦੇਖ ਲੈਣਾ, ਸਮਝ ਲੈਣਾ। ਅੱਜ ਲਈ ਇੰਨਾ ਹੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।